ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਅਸੀਂ ਇਸ ਪੂਰੇ ਮੁੱਦੇ ਦੇ ਨਾਲ ਜੁੜਿਆ ਹੋਇਆ ਸਵਾਲ ਪੁੱਛ ਰਹੇ ਹਾਂ ਕਿਉਂਕਿ ਸ਼ਨੀਵਾਰ ਵਾਲੀ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ। ਸਵਾਲ ਸਾਡਾ ਅੱਜ ਦਾ ਹੈ ਕਿ 5 ਦਸੰਬਰ ਦੀ ਪੰਚਾਇਤ ਫੈਸਲਾਕੁਨ ਸਾਬਤ ਹੋਵੇਗੀ। ਤੁਸੀਂ ਆਪਣੀ ਰਾਏ ਇਸ ਦੇ ਉੱਤੇ ਜ਼ਰੂਰ ਸਾਡੇ ਤੱਕ ਪਹੁੰਚਾਓ। ਜੇਕਰ ਤੁਹਾਨੂੰ ਲੱਗਦਾ ਹੈ ਕਿ ਸ਼ਨੀਵਾਰ ਵਾਲੀ ਮੀਟਿੰਗ ਬਸ ਫੈਸਲਾਕੁਨ ਹੋਣ ਜਾ ਰਹੀ ਹੈ, ਜੇਕਰ ਤੁਹਾਨੂੰ ਇਸ ਤਰੀਕੇ ਨਾਲ ਲੱਗਦਾ ਤਾਂ ਤੁਸੀਂ ਆਪਣੀ ਜ਼ਰੂਰ ਰਾਏ ਸਾਡੇ ਤੱਕ ਪਹੁੰਚਾਓ। ਇਸ ਦੇ ਲਈ ਤੁਹਾਨੂੰ ਟਾਈਪ ਕਰਨਾ ਹੋਵੇਗਾ News18 ਸਪੇਸ ਦੇ ਕੇ PHH ਸਪੇਸ ਦੇ ਕੇ ਵਾਈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਫੈਸਲਾਕੁਨ ਮੀਟਿੰਗ ਸਾਬਤ ਹੋਵੇਗੀ ਸ਼ਨੀਵਾਰ ਵਾਲੀ ਤਾਂ ਹਾਂ ਦੇ ਲਈ ਟਾਈਪ ਕਰਨਾ News18 ਸਪੇਸ ਦੇ ਕੇ PHH ਸਪੇਸ ਦੇ ਕੇ ਵਾਈ। ਜੇਕਰ ਤੁਹਾਡਾ ਜਵਾਬ ਨਹੀਂ ਦੇ ਵਿੱਚ ਹੈ ਤਾਂ ਟਾਈਪ ਕਰਨਾ ਹੈ News18 ਸਪੇਸ ਦੇ ਕੇ PHH ਸਪੇਸ ਦੇ ਕੇ ਐਨ ਤੇ ਇਸ ਨੂੰ ਭੇਜ ਦਿਓ 56677 ਦੇ ਉੱਤੇ। ਇਸ ਪ੍ਰੋਗਰਾਮ ਦੇ ਆਖਰ ਦੇ ਵਿੱਚ ਅਸੀਂ ਤੁਹਾਡੀ ਰਾਏ ਸਭ ਦੇ ਨਾਲ ਸਾਂਝੀ ਕਰਾਂਗੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਫੌਰਨ ਹਾਜ਼ਰ ਹੋਵਾਂਗੇ। ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਪ੍ਰਾਈਮ ਟਾਈਮ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਆਰ ਜਾਂ ਪਾਰ ਕਿ ਇਸ ਦੌਰ ਦੇ ਵਿੱਚ ਇਸ ਸਟੇਜ ਦੇ ਉੱਤੇ ਇਸ ਸਮੇਂ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਗੱਲਬਾਤ ਪਹੁੰਚ ਚੁੱਕੀ ਹੈ। ਅਸੀਂ ਤੁਹਾਨੂੰ ਸੁਣਵਾਇਆ ਕਿ ਕਿਸਾਨਾਂ ਨੇ ਕੀ ਕੁਝ ਕਿਹਾ। ਉਹ ਕਹਿ ਰਹੇ ਨੇ ਕਿ ਅਸੀਂ ਰੋਲ ਬੈਕ ਕਰਵਾਉਣਾ ਚਾਹੁੰਦੇ ਹਾਂ, ਹੋਰ ਕੋਈ ਗੱਲ ਨਹੀਂ। ਜਦਕਿ ਖੇਤੀਬਾੜੀ ਮੰਤਰੀ News18 ਦੇ ਨਾਲ ਗੱਲਬਾਤ ਦੇ ਵਿੱਚ ਇਹ ਸਾਫ਼ ਕਰ ਗਏ, ਸੰਕੇਤ ਦੇ ਗਏ ਕਿ ਰੋਲ ਬੈਕ ਕਰਨ ਦੇ ਉੱਤੇ ਸਰਕਾਰ ਵਿਚਾਰ ਨਹੀਂ ਕਰੇਗੀ। ਇਸ ਦੇ ਉੱਤੇ ਹੀ ਗੱਲਬਾਤ ਕਰਾਂਗੇ। ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾ ਦਈਏ, ਸਾਡੇ ਨਾਲ ਸੁਰਜੀਤ ਕੁਮਾਰ ਜਿਆਣੀ ਜੀ ਜੁੜੇ ਹੋਏ ਨੇ ਜੋ ਕਿ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸਾਬਕਾ ਕੈਬਨਿਟ ਮੰਤਰੀ ਨੇ ਤੇ ਮੀਟਿੰਗਾਂ ਦੇ ਵਿੱਚ ਮੋਹਰੀ ਭੂਮਿਕਾ ਜ਼ਰੂਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ। ਜਿਆਣੀ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਗੁਰਵਿੰਦਰ ਸਿੰਘ ਗਿੱਲ ਜੀ ਨੇ ਜੋ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਰਿਪਰੈਜ਼ੈਂਟ ਕਰਨਗੇ ਤੇ ਸਾਡੇ ਨਾਲ ਇਸ ਸਮੇਂ ਕਰਮਜੀਤ ਸਿੰਘ ਜੀ ਨੇ ਜੋ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੂੰ ਰਿਪਰੈਜ਼ੈਂਟ ਕਰਨਗੇ। ਸ਼ੁਰੂਆਤ ਕਰਮਜੀਤ ਜੀ ਮੈਂ ਤੁਹਾਡੇ ਤੋਂ ਹੀ ਕਰਨ ਜਾ ਰਿਹਾ। ਖੇਤੀਬਾੜੀ ਮੰਤਰੀ News18 ਦੇ ਉੱਤੇ ਆਏ, ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਰੋਲ ਬੈਕ ਸਰਕਾਰ ਨਹੀਂ ਕਰੇਗੀ। ਤੁਹਾਡਾ ਰਿਐਕਸ਼ਨ ਸਰ? ਰੋਲ ਬੈਕ मतलब रद्द नहीं करेगी, कानून तरमीमा करने ਨੂੰ ਸਰਕਾਰ ਤਿਆਰ ਹੈ। ਜੀ ਰੋਲ ਬੈਕ ਤਾਂ ਕਰ ਸਰ। ਸੋ ਹੱਕਾਂ ਲਈ ਜਿਨ੍ਹਾਂ ਲਈ ਅਸੀਂ ਆਏ ਆ ਉਹ ਤਾਂ ਮਨਵਾ ਕੇ ਹੀ ਜਾਵਾਂਗੇ। ਮੰਗਾਂ ਆਪਣੀਆਂ ਅਸੀਂ ਬਿਲਕੁਲ ਇੱਕ ਮਾਤਰ ਲੈ ਕੇ ਆਏ ਆ ਗੱਲ ਵੀ ਅਸੀਂ ਰੂਲ ਬੈਕ ਕਰਵਾ ਕੇ ਹੀ ਮੁੜਨਾ ਹੈ ਜੀ। मैं रुक करदा हां, ठीक है। मैं तुहाडे कोल वापस आऊंगा करमजीत जी, तुहाडे कोल वापस आऊंगा। मैं रुक कर लेना है गुरविंदर जी दा। गुरविंदर जी तुहाडा रिएक्शन, एक किसान की अड़गे ने हुण क्योंकि गल तां लगातार उही हो रही है। बीजेपी कह रही है कि जेकर तुहाडे इतराज दूर कर दिते गए तां फिर शंके क्यों? ਅਸੀਂ बहुत चिर तो इस समय ਦੀਆਂ ਸਰਕਾਰਾਂ ਵਿਰੁੱਧ ਲੜਾਈ ਲੜਦੇ ਆ ਰਹੇ ਹਾਂ। ਜਿੰਨੀਆਂ ਵੀ ਸਰਕਾਰਾਂ ਜਾਂ ਪਾਰਟੀਆਂ, ਸਿਆਸੀ ਪਾਰਟੀਆਂ ਜਦੋਂ ਸੱਤਾ 'ਚ ਨਹੀਂ ਹੁੰਦੀਆਂ ਉਦੋਂ ਇਹ ਕਿਸਾਨਾਂ ਦੀ, ਮਜ਼ਦੂਰਾਂ ਦੀ, ਆਮ ਲੋਕਾਂ ਦੀ ਗੱਲ ਕਰਦੇ ਆ। ਅਸੀਂ ਇਹਨਾਂ ਤੇ ਬਾਰ-ਬਾਰ ਭਰੋਸਾ ਕਰਕੇ ਧੋਖਾ ਖਾ ਚੁੱਕੇ ਹਾਂ। ਸਾਨੂੰ ਨਹੀਂ ਲੱਗਦਾ ਕਿ ਇਹ ਜੋ ਅੱਜ ਗੱਲ ਸਾਨੂੰ ਕਹਿ ਰਿਹਾ ਕਿ ਇਹਦੇ ਵਿੱਚ ਸੋਧਾਂ ਕਰ ਦਾਂਗੇ, ਇਹਨਾਂ ਦਾ ਮਤਲਬ ਇੱਕੋ ਹੀ ਆ ਕਿ ਇਹਨਾਂ ਨੂੰ, ਕਿਸਾਨਾਂ ਨੂੰ ਇਹ ਸੋਧਾਂ ਦੇ ਨਾਂ ਤੇ ਭਰਮਾ ਕੇ ਇਹਨਾਂ ਨੂੰ ਵਾਪਸ ਮੋੜ ਦਈਏ, ਇੱਕ ਵਾਰ ਮੋਰਚਾ ਪੜ ਦਈਏ। ਪਰ ਅੱਜ ਦਾ ਕਿਸਾਨ, ਅੱਜ ਦਾ ਨੌਜਵਾਨ, ਅੱਜ ਦਾ ਹਰ ਵਪਾਰੀ ਵਰਗ ਜੋ ਕਿ ਇਸ ਸਰਕਾਰ ਦੀ ਤਾਨਾਸ਼ਾਹੀ ਤੋਂ ਤੰਗ ਆ ਚੁੱਕਿਆ, ਉਹ ਇਹਨਾਂ ਤੋਂ ਸਾਰੇ ਕਾਨੂੰਨ ਜੋ ਨੇ ਇਹ ਰੱਦ ਕਰਵਾ ਕੇ ਜਾਊਗਾ, ਆਰਡੀਨੈਂਸ ਰੱਦ ਕਰਵਾ ਕੇ ਜਾਊਗਾ। ਉਹਨਾਂ ਚਿਰ ਇੱਥੇ ਪੱਕੇ ਤੌਰ ਤੇ ਅਸੀਂ ਬੈਠੇ ਰਹਾਂਗੇ। चलो ठीक है, मैं तुहाडे कोल वापस आउणा। एक रिएक्शन सब दा हो जावे। मैं सीधा रुक करदा जैनी साहब दा। जैनी साहब इस समय साडे नाल ने। जैनी साहब इह तां विचाले दा कोई राह निकलदा नजर नहीं आ रहा। इस समय चर्चा होनी बहुत जरूरी है जिस तरीके नाल गलबात भी हो रही है। सर सरकार क्यों अड़ी हुई है? जेकर सारियां तरमीमां तुसीं कर रहे हो, रोल बैक दे उत्ते किसान अड़े हुए ने, लगदा कोई विचाले दा राह है? जैनी साहब चलो लग रहा है कि उन तक आवाज नहीं पहुंच रही। मैं कादियां जी एक बार फिर तो रुक करदा। BKU कादियां ਨੂੰ ਰਿਪਰੈਜ਼ੈਂਟ ਕਰ ਰਹੇ ਨੇ ਕਰਮਜੀਤ ਜੀ। ਕਰਮਜੀਤ ਜੀ ਇਸ ਸਮੇਂ ਇਹ ਵੀ ਤੁਸੀਂ ਕਿਸਾਨਾਂ ਨੂੰ ਦੱਸੋ ਕਿ ਰੋਲ ਬੈਕ ਹੀ ਕਿਉਂ? ਸਮਝਾਓ ਨਾ ਕਿ ਦਿੱਕਤ ਤੁਹਾਨੂੰ ਕਿੱਥੇ ਲੱਗ ਰਹੀ ਹੈ, ਕਿਉਂਕਿ ਅਸੀਂ ਸਰਕਾਰ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਦਿਨ ਦੇ ਵਿੱਚ ਵੀ ਕੋਸ਼ਿਸ਼ ਕੀਤੀ ਸੀ। ਉਹਨਾਂ ਦਾ ਤਰਕ ਹੈ ਕਿ ਜਿਹੜੇ ਤੁਸੀਂ ਕਿੰਤੂ ਪਰੰਤੂ ਕਿਤੇ, ਜਿਹੜੇ ਤੁਸੀਂ ਪੁਆਇੰਟ ਦੇ ਉੱਤੇ ਇਤਰਾਜ਼ ਜਤਾਏ, ਅਸੀਂ ਉਹ ਸਾਰੇ ਮੰਨ ਲਏ, ਅਸੀਂ ਉਹ ਸਾਰੇ ਖਦਸ਼ੇ ਦੂਰ ਕਰ ਦਿੱਤੇ, ਉਹ ਕਰਨ ਨੂੰ ਤਿਆਰ ਆ। ਤਾਂ ਫਿਰ ਹੁਣ ਇਹ ਗੱਲਬਾਤ ਸਿਰੇ ਕਿਉਂ ਨਹੀਂ ਚੜੇਗੀ? ਆਇਆ ਪੰਜਾਬ ਦੇ ਕਿਸਾਨਾਂ ਦੇ ਲਈ ਉੱਥੋਂ ਇੱਕ ਮੁੱਠ ਹੋ ਕੇ ਤੁਰਿਆ ਵੀ ਰੂਲ ਬੈਕ ਕਰਾ ਕੇ ਮੁੜਾਂਗੇ। ਉਹ ਅਸੀਂ ਕਰਵਾ ਕੇ ਹੀ ਮੁੜਾਂਗੇ।
ਬੇਸ਼ੱਕ ਮੰਗਾਂ ਇਹ ਆਪਣੇ ਤੌਰ ਤੇ ਕਹੀ ਜਾ ਰਹੇ ਨੇ ਵੀ ਅਸੀਂ MSP ਲਾਗੂ ਰੱਖਾਂਗੇ, ਪਰ ਪੂਰਨ ਤੌਰ ਤੇ ਰੂਲ ਬੈਕ ਕਰਨਾ ਪਊਗਾ। ਉਹ ਕਿਸਾਨਾਂ ਨਾਲ ਅਸੀਂ ਇੱਕ ਵਾਅਦਾ ਕਰਕੇ ਆਏ ਹਾਂ, ਸੋ ਅਸੀਂ ਉਸ ਵਾਅਦੇ ਤੇ ਪੂਰਾ ਉਤਰਨਾ ਚਾਹੁੰਦੇ ਹਾਂ ਔਰ ਉਤਰਾਂਗੇ ਵੀ। ਇਸ ਲਈ ਅਸੀਂ ਰੂਲ ਬੈਕ ਹੀ ਚਾਹੁੰਦੇ ਹਾਂ। ਗੱਲਬਾਤ ਹੁੰਦੀ ਹੈ ਨਹੀਂ, ਜਦੋਂ ਇੱਕ ਟੇਬਲ ਦੇ ਉੱਤੇ ਬੈਠ ਕੇ ਗੱਲਬਾਤ ਹੁੰਦੀ ਹੈ, ਤੁਸੀਂ ਵੀ ਸਮਝਦੇ ਹੋ ਇਸ ਗੱਲ ਨੂੰ, ਜਦੋਂ ਗੱਲਬਾਤ ਹੁੰਦੀ ਹੈ ਤਾਂ ਇਸ ਤਰੀਕੇ ਨਾਲ ਹੀ ਹੁੰਦੀ ਹੈ ਕਿ ਕੁਝ ਚੀਜ਼ਾਂ ਤੁਸੀਂ ਹਟ ਜਾਓ ਪਿੱਛੇ, ਕੁਝ ਚੀਜ਼ਾਂ ਦੂਜੀ ਧਿਰ ਹਟ ਜਾਵੇ। ਜਦੋਂ ਬੈਠ ਕੇ ਵੱਡੇ ਵੱਡੇ ਮੁੱਦੇ ਹੱਲ ਹੋਏ ਨੇ ਤਾਂ ਇਸ ਤਰੀਕੇ ਨਾਲ ਹੀ ਹੋਏ ਨੇ। ਜੇਕਰ ਇਹੀ ਗੱਲ ਸੀ ਫਿਰ ਤਾਂ ਕਿਸਾਨਾਂ ਨੂੰ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ ਸੀ, ਫਿਰ ਤਾਂ ਸਿੱਧਾ ਤੁਸੀਂ ਧਰਨੇ ਤੇ ਬੈਠ ਕੇ ਵੀ ਕਹਿ ਸਕਦੇ ਸੀ ਕਿ ਧਰਨਾ ਤੁਸੀਂ ਹੀ ਰੂਲ ਜਾਂ ਜਿਹੜੇ ਕਾਨੂੰਨ ਹੈ ਵਾਪਸ ਕਰ ਲਓ। ਅਸੀਂ ਬੜਾ ਚਿਰ ਪੰਜਾਬ ਤੋਂ ਧਰਨੇ ਲਗਾ ਕੇ ਇਹ ਮੰਗ ਮੰਗਦੇ ਰਹੇ, ਸਾਡੀ ਇਹਨਾਂ ਨੇ ਮੰਗ ਕੋਈ ਮੰਨੀ ਨਹੀਂ। ਜਿਹੜੀਆਂ ਇਹ ਹੁਣ ਮੰਨ ਰਹੇ ਨੇ, ਅਸੀਂ ਉਦੋਂ ਕਹਿ ਰਹੇ ਸੀ, ਇਹਨਾਂ ਨੇ ਜਦੋਂ ਨਾ ਮੰਨੀ ਸਾਨੂੰ ਇਗਨੋਰ ਕੀਤਾ, ਫਿਰ ਅਸੀਂ ਮਜਬੂਰਨ ਅਸੀਂ ਪੰਜਾਬ ਤੋਂ ਦਿੱਲੀ ਵੱਲ ਕੂਚ ਕੀਤਾ। ਸਾਨੂੰ ਸ਼ੌਂਕ ਕੋਈ ਨਹੀਂ ਸੀ ਕਿ ਅਸੀਂ ਠੰਡ ਦੇ ਵਿੱਚ ਆਈਏ ਜਾਂ ਆਪਣੇ ਕਿਸਾਨਾਂ ਨੂੰ ਹਰਾਸਮੈਂਟ ਕਰੀਏ। ਸਾਡੀ ਮਜਬੂਰੀ ਬਣ ਗਈ ਦਿੱਲੀ ਆਉਣਾ। ਸਾਡੀ ਇਹਨਾਂ ਨੇ ਪੰਜਾਬ ਚੋਂ ਪੁਕਾਰ ਨਹੀਂ ਸੁਣੀ, ਜੋ ਅਸੀਂ ਨੇ ਗੱਲ ਕਰਨੀ ਚਾਹੀ ਇਹਨਾਂ ਨੇ ਸੁਣੀ ਨਹੀਂ। ਇਸ ਲਈ ਅਸੀਂ ਹੁਣ ਇੱਕ ਮਤਲਬ ਜੋ ਉਹ ਗੱਲ ਸਮਝ ਆ ਰਹੀ ਹੈ, ਉਹ ਸਾਰੇ ਜਾਣਦੇ ਨੇ। ਨਹੀਂ ਕਰਮਜੀਤ ਜੀ, ਉਹ ਸਾਰੇ ਉਹ ਗੱਲ ਜਾਣਦੇ ਨੇ। ਦੇਖੋ ਜਦੋਂ ਗੱਲਬਾਤ ਹੋ ਰਹੀ ਹੈ, ਇਹੀ ਸਮਝਣਾ ਚਾਹੁੰਦੇ ਆ ਕਿ ਗੱਲਬਾਤ ਦੇ ਨਾਲ ਹੱਲ ਨਿਕਲੇਗਾ ਕਿ ਨਹੀਂ ਨਿਕਲੇਗਾ। ਇਹ ਲਗਾਤਾਰ ਜ਼ਿਕਰ ਹੋ ਰਿਹਾ ਕਿ ਡਾਇਲੌਗਸ ਇਸ ਤਰੀਕੇ ਨਾਲ ਹੀ ਹੁੰਦੇ ਨੇ ਕਿ ਦੋਵੇਂ ਤਰ੍ਹਾਂ ਦੋ ਕਦਮ ਅੱਗੇ ਵੱਜਣ, ਦੋਵੇਂ ਤਰ੍ਹਾਂ ਦੋ ਕਦਮ ਪਿੱਛੇ ਹਟ ਜਾਣ, ਫਿਰ ਹੀ ਸਮਝੌਤੇ ਹੋਇਆ ਕਰਦੇ ਨੇ। ਕਿ ਹੁਣ ਤੁਸੀਂ ਬਿਲਕੁਲ ਕਲੀਅਰ ਸਟੈਂਡ ਹੈ ਕਿ ਵਾਪਸ ਹੀ ਹੁਣ ਜੇਕਰ ਸ਼ਨੀਵਾਰ ਦੀ ਮੀਟਿੰਗ 'ਚ ਤਰਮੀਮਾਂ ਨੂੰ ਸਰਕਾਰ ਕਹਿੰਦੀ ਹੈ ਕਿ ਅਸੀਂ ਬਦਲਾਅ ਕਰ ਰਹੇ ਹਾਂ ਜੀ, ਜਿਹੜਾ ਤੁਸੀਂ MSP ਦਾ ਕਹਿ ਦਿੱਤਾ ਜਾਂ ਤੁਸੀਂ ਕੋਰਟ ਵਾਲਾ ਕਹਿੰਦੇ ਹੋ ਕਿ SDM ਕੋਰਟ ਸਾਨੂੰ ਮਨਜ਼ੂਰ ਨਹੀਂ ਜਾਂ ਕੰਟਰੈਕਟ ਫਾਰਮਿੰਗ ਦਾ ਇਸ਼ੂ ਹੈ, ਉਹ ਸਾਰੇ ਖਦਸ਼ੇ ਦੂਰ ਕਰ ਦੇਣ ਤਾਂ ਵੀ ਗੱਲਬਾਤ ਨਹੀਂ ਸਿਰੇ ਚੜੇਗੀ। ਇਹ ਮੰਗਾਂ ਤਾਂ ਇਹਨਾਂ ਨੇ ਮਤਲਬ ਕਰਨਾ ਤਾਂ ਇਹਨਾਂ ਨੇ, ਅਸੀਂ ਤਾਂ ਆਪਣੀਆਂ ਲੈ ਕੇ ਆਏ ਆ ਮੰਗਾਂ। ਟੇਬਲ ਟਾਕ ਹੋਈ ਆ, ਬਿਲਕੁਲ ਹੋਈ ਆ, ਜੋ ਹੁੰਦੀ ਆ। ਸੋ ਉਸ ਤੇ ਸਰਕਾਰ ਨੇ ਮੰਗਾਂ ਮੰਨਣੀਆਂ ਨੇ, ਜੋ ਮਤਲਬ ਕਿਸਾਨਾਂ ਨੂੰ ਸੰਤੁਸ਼ਟ ਕਰਦੇ, ਜੋ ਮਤਲਬ ਪ੍ਰਬੰਧਕ ਕਰ ਰਹੇ ਨੇ, ਕਿਸਾਨ ਯੂਨੀਅਨਾਂ ਦੇ ਪ੍ਰਧਾਨ ਨੇ, ਜੋ ਜਿੰਨੇ ਕਿਸਾਨਾਂ ਦੀ ਮੰਗ ਆ ਉਹਨਾਂ ਦੀ ਇਹ ਸੋਲਵ ਕਰ ਦੇਵੇ ਤਾਂ ਸਾਰਾ ਮਸਲਾ ਹੱਲ ਹੋ ਜਾਣਾ ਹੈ। ਚਲੋ ਠੀਕ ਹੈ, ਕਰਨਾ ਤਾਂ ਸਰਕਾਰ ਨੇ ਆਵਾਜ਼ ਆ ਰਹੀ ਹੈ ਹੁਣ ਤੁਹਾਡੇ ਤੱਕ, ਠੀਕ ਹੈ। ਨਹੀਂ, ਤੁਹਾਡੀ ਉਹ ਪੁਆਇੰਟ ਬਿਲਕੁਲ ਕਲੀਅਰ ਹੈ, ਪਰ ਸਰਕਾਰ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰੀਏ ਕਿ BJP ਇਸ ਸਮੇਂ ਕੀ ਸੋਚ ਰਹੀ ਹੈ। ਜਿਆਣੀ ਸਾਹਿਬ, ਜੇਕਰ ਮੇਰੀ ਆਵਾਜ਼ ਪਹੁੰਚ ਰਹੀ ਹੈ ਤਾਂ ਹੁਣ ਕਿਹੜਾ ਫਾਰਮੂਲਾ ਸਰਕਾਰ ਲੈ ਕੇ ਆਏਗੀ? ਤੁਸੀਂ ਰੋਲ ਬੈਕ ਕਰਨਾ ਨਹੀਂ ਚਾਹੁੰਦੇ ਕਾਨੂੰਨਾਂ ਨੂੰ, ਤੇ ਦੂਜੇ ਪਾਸੇ ਕਿਸਾਨ ਇੱਕੋ ਮੰਗ ਤੇ ਅੜੇ ਹੋਏ ਨੇ ਕਿ ਤੁਸੀਂ ਰੱਦ ਕਰੋ, ਹੋਰ ਕੋਈ ਗੱਲ ਨਹੀਂ। तो लग रहा है कि जैनी जी तक आवाज मेरी नहीं पहुंच रही सी, कोशिश करेंगे फिर गलबात करने दी। मैं गुरविंदर जी का एक बार फिर तो रुक करदा। गुरविंदर जी, जिहड़ा असीं जिक्र कर रहे हैं, जदों टेबल टॉक का जिक्र हुंदा है, टेबल टॉक का जिक्र हुंदा है तो उस समय यही गल हुंदी है कि गलबात करके मसले नूं सुलझाया जाए। जदों आपां कोई मसला भी हो जाए, दो तरह दे विचाले कोई पिंड दे विच गल हो जाए तो फिर वो गलबात का मतलब यही हुंदा है कि थोड़ा जिहा उन्हां नूं समझाता, थोड़ा जिहा दूजी धिर नूं समझा दिता। जेकर इक्को चीज़ ते अड़ जाए तो फिर गलबात तो सिरे नहीं चढ़ती। हुण रोल बैक ही या फिर लगता है कि हाँ तरमीमा वाला कोई फार्मूला किसी तरीके का सरकार लैके आवे तो गल बन जाएगी। हाँ जी, भारतीय किसान यूनियन पिछले 50 सालों तो संघर्ष लड़ती आई आ। जदों भी कदे संघर्ष किया, इन्हां नाल टावर टाक की आ, कोई भी सियासी पार्टी जिहदी भी सरकार हुंदी रही आ, पर अफसोस की गल यही है कि यह साडे नाल टावर टाक करदे ने ते बाद चों मुकर जांदे आ। ਤੁਸੀਂ ਦੇਖਿਆ ਹੋਣਾ ਮਨਮੋਹਨ ਸਿੰਘ ਦੀ ਸਰਕਾਰ ਮੌਕੇ ਅਸੀਂ ਪੰਜਾਬ ਤੋਂ ਹਜ਼ਾਰਾਂ ਟਰਾਲੀਆਂ ਲੈ ਕੇ ਏਸੀ ਦਿੱਲੀ ਵੱਲ ਨੂੰ ਆ ਰਹੇ ਸੀ। ਉਹਨਾਂ ਨੇ ਉਦੋਂ ਸਾਨੂੰ ਸੱਦਿਆ ਸੀ ਤੇ ਸਾਨੂੰ ਕਿਹਾ ਸੀ ਕਿ ਕਿਸਾਨਾਂ ਦੇ ਫਸਲਾਂ ਦੇ ਭਾਅ ਡਾਕਟਰ ਸਵਾਮੀਨਾਥਨ ਦੀ ਕਮੇਟੀ ਬਣਾਈ ਸੀ ਤੇ ਉਸ ਮੁਤਾਬਕ ਵੀ ਦੇਵਾਂਗੇ। ਉਸ ਤੋਂ ਬਾਅਦ ਭਾਜਪਾ ਆ ਗਈ, ਇਹਨਾਂ ਨੇ ਵੀ ਸਾਡੇ ਦਿੱਲੀ ਦੇ ਵਿੱਚ 2014 ਰਾਜਨਾਥ ਸਿੰਘ ਜੀ ਨੇ ਸਟੇਜ ਦੇ ਉੱਤੇ ਬੈਠ ਕੇ ਕਿਹਾ ਸੀਗਾ ਕਿ ਅਸੀਂ 30 ਦਿਨਾਂ ਦੇ ਵਿੱਚ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦਾਂਗੇ। ਪਰ ਹੋਇਆ ਕਿ ਇਹ ਹਰ ਵਾਰ
ਗੱਲ ਕਰਕੇ ਮੁੱਕਰ ਜਾਂਦੇ ਨੇ। ਕੋਈ ਵੀ ਸਿਆਸੀ ਪਾਰਟੀ ਹੋਵੇ, ਮੈਂ ਇੱਕ ਨਹੀਂ ਕਹਿੰਦਾ, ਇਹ ਇਸੇ ਲਈ ਕਿਸਾਨਾਂ ਦਾ, ਆਮ ਲੋਕਾਂ ਦਾ ਇਹਨਾਂ ਤੋਂ ਵਿਸ਼ਵਾਸ ਉੱਠ ਗਿਆ ਕਿ ਇਹਨਾਂ ਨੇ ਹੁਣ ਵੀ ਸਾਡੇ ਨਾਲ ਟਾਵਲ ਟਾਕ ਕਰਨੀ ਆ ਤੇ ਕਰਨਾ ਕੱਖ ਨਹੀਂ। ਇਸ ਲਈ ਸਾਡੀ ਇੱਕੋ ਹੀ ਮੰਗ ਆ, ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾ ਲੈਣ, ਉਸ ਦੇ ਵਿੱਚ ਇਸ ਪਹਿਲਾਂ ਜੋ ਆਰਡੀਨੈਂਸ ਬਿੱਲ ਲੈ ਕੇ ਆਂਦੇ ਆ, ਦੇਖੋ ਗੱਲਬਾਤ ਕੀ ਹੈ ਕਿ ਜੇਕਰ ਰੋਲ ਬੈਕ ਦੇ ਉੱਤੇ ਹੀ ਕਿਸਾਨ ਅੜੇ ਹੋਏ ਨੇ ਫਿਰ ਤਾਂ ਗੱਲਬਾਤ ਦਾ ਵੀ ਕੋਈ ਫਾਇਦਾ ਨਹੀਂ। ਹੁਣ ਤਾਂ ਸਮਝਾਉਣ ਦੀ ਜਾਂ ਸਮਝਣ ਦੀ ਕੋਸ਼ਿਸ਼ ਤਾਂ ਹੀ ਹੁੰਦੀ ਹੈ ਨਾ, ਜੇ ਰੋਲ ਬੈਕ ਦਾ ਹੀ ਜ਼ਿਕਰ ਹੈ ਫਿਰ ਤਾਂ ਕੋਈ ਮਤਲਬ ਨਹੀਂ, ਫਿਰ ਤਾਂ ਰੋਲ ਬੈਕ ਤੁਸੀਂ ਸਿੱਧੀ ਮੰਗ ਰੱਖੋ। ਨਹੀਂ ਅੜੇ ਤਾਂ ਇਹੀ ਨੇ, ਸਾਡੀ ਉਹ ਸਿੱਧੀ ਮੰਗ ਪਹਿਲੇ ਦਿਨ ਤੋਂ ਸਾਡੇ ਲੀਡਰ ਸਾਹਿਬਾਨ ਸਾਰੇ ਜਥੇਬੰਦੀਆਂ ਦੇ ਇਹਨਾਂ ਨੂੰ ਕਹਿ ਕੇ ਆਏ ਨੇ ਕਿ ਇਹਨਾਂ ਨੂੰ ਰੱਦ ਕਰੋ। ਇੱਕ ਵੀ ਵਾਰੀ ਕਿਸੇ ਨੇ ਵੀ ਲੀਡਰ ਨੇ ਉੱਥੇ ਜਾ ਕੇ ਲਿਖ ਕੇ ਨਹੀਂ ਦਿੱਤਾ। ਇਹਨਾਂ ਨੇ ਪਿਛਲੀ ਮੀਟਿੰਗਾਂ 'ਚ ਵੀ ਕਿਹਾ ਵੀ ਇਹਦੇ ਵਿੱਚ ਕੀ ਕੀ ਤੁਹਾਨੂੰ ਮਾੜੇ ਲੱਗਦੇ ਆ। ਇਹਨਾਂ ਨੇ ਸਾਰੇ ਸਾਡੇ ਲੀਡਰ ਸਾਹਿਬਾਨਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਦੱਸਿਆ ਕਿ ਆਹ 9 ਨੁਕਤੇ ਨੇ ਜਿਹਦੇ ਤੇ ਵਿੱਚ ਇਹ ਸਾਨੂੰ ਧੋਖਾ ਹੁੰਦਾ ਲੱਗਦਾ, ਤੇ ਫਿਰ ਵੀ ਇਹਨਾਂ ਨੇ ਸਮਝਿਆ ਨਹੀਂ। ਹੁਣ ਪਿਛਲੀ ਮੀਟਿੰਗ 'ਚ ਇਹਨਾਂ ਨੇ ਫੇਰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਸਮਝੋ ਜੀ ਇਦਾਂ ਤੁਹਾਨੂੰ ਫਾਇਦੇਮੰਦ ਨੇ, ਫਿਰ ਇਹਨਾਂ ਨੂੰ ਕਹਿ ਕੇ ਆਏ ਆ। ਹੁਣ ਸਾਡੀ ਸਪਸ਼ਟ ਮੰਗ ਤਾਂ ਇਹੀ ਹੈ ਨਾ ਕਿ ਇਹਨਾਂ ਨੂੰ ਮੂਲੋਂ ਰੱਦ ਕਰ ਦਿਓ, ਤੇ ਜੇ ਸਾਡੇ ਤੁਸੀਂ ਕਾਨੂੰਨ ਇਹ ਲਾਉਣੀ ਨੇ, ਸਾਡੀ ਕਮੇਟੀਆਂ ਬਣਾਓ, ਸਾਡੇ ਨਾਲ ਫੇਰ ਫੈਸਲੇ ਕਰੋ, ਸਾਡੇ ਨਾਲ ਸਲਾਹ ਮਸ਼ਵਰਾ ਕਰਕੇ ਕਰੋ। ਇਹ ਨਾ ਵੀ ਇਹਦੇ ਉੱਤੇ ਕਮੇਟੀ ਬਣਾ ਕੇ ਇਹਨੂੰ ਠੰਡੇ ਬਸਤੇ 'ਚ ਪਾ ਕੇ ਸਾਨੂੰ ਇਹ ਫੇਰ ਅੱਗੇ ਤੋਂ ਲਾਰਾ ਲਾ ਕੇ ਸਾਨੂੰ ਖੇਤਾਂ ਵਿੱਚ ਘਰਾਂ ਵਿੱਚ। ਠੀਕ ਹੈ, ਗਰੇਵਾਲ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਜਾਨੀ ਸਾਹਿਬ ਨੂੰ ਕੰਮ ਸੀਜ਼ ਕਰਕੇ ਨਿਕਲੇ ਨੇ। ਮੈਂ ਆਨਾ ਗਿੱਲ ਸਾਹਿਬ ਤੁਹਾਡੇ ਕੋਲ ਵਾਪਸ ਆਉਣਾ। ਗਰੇਵਾਲ ਸਾਹਿਬ ਬਹੁਤ ਲੇਟ ਤੁਸੀਂ ਵੀ ਜੁੜੇ ਹੋ, ਪਰ ਦੇਖੋ ਇਸ ਸਮੇਂ ਕਿਸਾਨ ਭਰੋਸਾ ਨਹੀਂ ਕਰ ਰਹੇ ਸਰਕਾਰ ਦੇ ਉੱਤੇ। ਉਹ ਬਹੁਤ ਕਲੀਅਰ ਆਪਣੀ ਮੰਗ ਲੈ ਕੇ ਆਏ ਹੋਏ ਨੇ ਕਿ ਤੁਸੀਂ ਰੋਲ ਬੈਕ ਕਰੋ, ਦੈਟਸ ਆਲ, ਹੋਰ ਕੋਈ ਗੱਲਬਾਤ ਨਹੀਂ, ਕੋਈ ਕਿੰਤੂ ਪਰੰਤੂ ਨਹੀਂ। ਤੁਸੀਂ ਦਿਨ ਦੇ ਵਿੱਚ ਵੀ ਕਹਿ ਰਹੇ ਸੀ ਕਿ ਨਹੀਂ ਅਸੀਂ ਤਾਂ ਮੰਨ ਲਿਆ ਸਭ ਕੁਝ। ਕਿਸਾਨ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ ਅਸੀਂ 8 ਤਰੀਕ ਨੂੰ ਭਾਰਤ ਬੰਦ ਕਰ ਰਹੇ ਹਾਂ, ਤੁਸੀਂ ਰੋਲ ਬੈਕ ਕਰੋ, ਇੱਕੋ ਇੱਕ ਤੁਹਾਡੇ ਕੋਲ ਆਪਸ਼ਨ ਹੈ। ਦੇਖੋ, ਐਗਰੀਕਲਚਰ ਮਿਨਿਸਟਰ ਮਾਨਯੋਗ ਨਰਿੰਦਰ ਸਿੰਘ ਤੋਮਰ ਜੀ ਨੇ ਬਕਾਇਦਾ ਮੀਟਿੰਗ ਤੋਂ ਬਾਅਦ ਜਿਹੜੀ ਕੱਲ ਮੀਟਿੰਗ ਹੋਈ ਸੀ ਕਿਸਾਨ ਭਰਾਵਾਂ ਨਾਲ, ਲੀਡਰਸ ਨਾਲ, ਉਹਨਾਂ ਨੇ ਬਕਾਇਦਾ ਕਹਿਤਾ ਜੋ ਜੋ ਇਹਨਾਂ ਨੇ ਇਤਰਾਜ਼ ਦਿੱਤੇ ਉਹ ਸਾਰੇ ਮੰਨ ਲਏ ਔਰ ਉਹਦੀ ਅਮੈਂਡਮੈਂਟਸ ਦੀ ਗੱਲ ਕਰ ਦਿੱਤੀ ਕਿ ਵੀ ਠੀਕ ਹੈ ਇਹ ਵੀ ਮੰਨ ਲਿਆ, ਇਹ ਵੀ ਮੰਨ ਲਿਆ। ਫਿਰ ਇਹਨਾਂ ਨੇ ਪਰਾਲੀ ਵਾਲਾ ਕਿਹਾ, ਉਹ ਵੀ ਮੰਨ ਲਿਆ, ਜਿਹੜਾ ਸੀਗਾ 1 ਕਰੋੜ ਦਾ ਜੁਰਮਾਨਾ ਜਾਂ ਬਾਕੀ ਚੀਜ਼ਾਂ, ਵੀ ਉਹ ਕਿਸਾਨਾਂ ਤੇ ਨਹੀਂ ਲਾਗੂ ਹੋਏਗਾ। ਔਰ ਹੋਰ ਵੀ ਜਿਹੜੀਆਂ ਗੱਲਾਂ ਕਹੀਆਂ ਉਹ ਸਾਰੀਆਂ ਮੰਨ ਲਈਆਂ। ਤਾਂ ਹੁਣ ਉਹਦੇ ਝਗੜਾ ਕਿੱਥੇ ਰਹਿ ਗਿਆ? ਕੱਲ ਅਨਾਉਂਸਮੈਂਟ ਹੋ ਜਾਣੀ ਆ। ਆਪਣਾ ਖੁਸ਼ੀ ਮਨਾਉਣ ਜਿਹੜੇ ਲੋਕ ਸੜਕਾਂ ਤੇ ਬੈਠੇ ਆ ਉਹਨਾਂ ਨੂੰ ਦੇਖ ਕੇ ਸਾਰਾ ਕੀਤਾ ਕਿ ਬਜ਼ੁਰਗ ਵੀ, ਗਰੇਵਾਲ ਸਾਹਿਬ ਮਾਫੀ ਚਾਹੁੰਦਾ, ਮੈਂ ਵਿਚਾਲੇ ਰੋਕ ਰਿਹਾ ਤੁਹਾਨੂੰ। ਤੁਹਾਡੀ ਸਟੇਟਮੈਂਟ ਤੇ ਕਿਸਾਨਾਂ ਦੀ ਸਟੇਟਮੈਂਟ ਕਿਸੇ ਵੀ ਐਂਗਲ ਤੇ ਮੈਚ ਨਹੀਂ ਕਰ ਰਹੀ ਸਰ। ਤੁਸੀਂ ਕਹਿ ਰਹੇ ਹੋ ਕਿ ਸਭ ਝਗੜਾ ਖਤਮ ਹੋ ਜਾਣਾ, ਕਿਸਾਨ ਮੰਨੇ ਹੋਏ ਨੇ। ਕਿਸਾਨ ਪ੍ਰੈਸ ਕਾਨਫਰੰਸ ਕਰਦੇ ਨੇ ਸਰ, ਜਿਹੜੇ ਮੇਨ ਕਿਸਾਨ ਨੇ, ਜਿਹੜੇ ਬਿਲਕੁਲ ਆਗੂ ਨੇ ਜਥੇਬੰਦੀਆਂ ਦੇ, ਉਹ ਕਲੀਅਰ ਕਰ ਰਹੇ ਨੇ ਕਿ ਸਾਨੂੰ ਅਮੈਂਡਮੈਂਟ ਚਾਹੀਦੀ ਹੀ ਨਹੀਂ, ਸਾਨੂੰ ਤਾਂ ਕਾਨੂੰਨ ਵਾਪਸ ਲੈਣ ਵਾਲਾ ਹੀ ਫੈਸਲਾ ਚਾਹੀਦਾ ਹੈ। ਪਾਰਲੀਮੈਂਟ ਦਾ ਸੈਸ਼ਨ ਸੱਦੋ, ਅਸੀਂ ਤਾਂ ਹੀ ਪਿੱਛੇ ਹਟਾਂਗੇ, ਨਹੀਂ ਸਾਡਾ ਧਰਨਾ ਪ੍ਰਦਰਸ਼ਨ ਜਾਰੀ ਹੈ। ਬਾਕੀ ਕਾਨੂੰਨਾਂ 'ਚ ਕੁਝ ਨਹੀਂ ਬਚਿਆ। ਇਹ ਤਾਂ ਹੁਣ ਮੁੱਛ ਦਾ ਸਵਾਲ ਹੈ ਇਹਨਾਂ ਦਾ, ਹੋਰ ਕੋਈ ਗੱਲ ਨਹੀਂ ਹੈ। ਜਾਂ ਅੰਦੋਲਨ ਨੂੰ ਲੰਬਾ ਕਰਨਾ ਚਾਹੁੰਦੇ ਹੋਣਗੇ, ਮੈਨੂੰ ਉਹਦੇ ਬਾਰੇ ਪਤਾ ਨਹੀਂ, ਉਹ ਤਾਂ ਇਹਨਾਂ ਨੂੰ ਪਤਾ ਹੋਣਾ। ਹੁਣ ਇਸ ਤੋਂ ਬਾਅਦ ਕੀ ਝਗੜਾ ਰਹਿ ਗਿਆ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਅੜੀ ਤਾਂ ਨਹੀਂ ਹੋਗੀ ਸਰ, ਕਿਉਂ ਕਿਸਾਨਾਂ ਨੂੰ ਸਰਕਾਰ ਦੀ ਅੜੀ ਤਾਂ ਨਹੀਂ ਹੋਗੀ? ਸਰਕਾਰ ਦੀ ਕੋਈ ਅੜੀ ਨਹੀਂ ਹੈ ਕਰਕੇ ਕਾਨੂੰਨ 'ਚ ਬਚਿਆ ਕੁਝ ਨਹੀਂ, ਫਿਰ ਸਰਕਾਰ ਦੀ ਅੜੀ ਹੁੰਦੀ ਨਹੀਂ, ਫਿਰ ਵਾਪਸ ਲੈ ਲਓ ਸਰ। ਅਰੇ ਭਾਈ ਕਿਉਂ ਵਾਪਸ ਲੈ ਲਓ? ਜਿੰਨੀਆਂ ਅਮੈਂਡਮੈਂਟਸ ਇਹਨਾਂ ਨੇ ਕਿਹਾ ਉਹ ਕਰਤੀਆਂ, ਕਾਨੂੰਨ ਦੀ ਗੱਲ ਖਤਮ ਹੋ ਗਈ ਕਿ ਜਿਹੜਾ ਇਹਨਾਂ ਨੂੰ ਨੁਕਸਾਨ ਸੀ, ਇਹਨਾਂ ਨੇ ਖਦਸ਼ੇ ਜਤਾਏ, ਉਹ ਸਾਰੇ ਮੰਨ ਲਏ। ਮੰਨ ਕੇ ਕੱਲ ਅਨਾਉਂਸਮੈਂਟ ਹੋ ਜਾਣੀ ਹੈ, ਫਿਰ ਉਹਦੇ 'ਚ ਕੀ ਗੱਲ ਰਹਿ ਗਈ? ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਾਨੂੰਨ ਕੀ ਨੁਕਸਾਨ ਕਰੇਗਾ ਇਹਨਾਂ ਦਾ। ਨਹੀਂ ਉਹੀ ਕਹਿ ਰਹੇ ਨੇ, ਹੋਰ ਕੁਝ ਆ ਉਹ ਵੀ ਦੱਸ ਦੇਣ। ਠੀਕ ਹੈ ਕਰਮਜੀਤ ਜੀ, ਮੈਂ ਇੱਕ ਸਵਾਲ ਕਰਮਜੀਤ ਜੀ ਆਵਾਜ਼ ਪਹੁੰਚ ਰਹੀ ਹੋਵੇਗੀ ਗਰੇਵਾਲ ਸਾਹਿਬ ਤੁਹਾਡੇ ਤੱਕ। ਚਾਹਣਾ ਇਹਨਾਂ ਨੂੰ ਇਹ ਕਹਿੰਦੇ ਗਰੇਵਾਲ ਸਾਹਿਬ ਨੂੰ ਮੈਂ ਇੱਕ ਕੁਐਸਚਨ ਪੁੱਛਣਾ ਚਾਹਣਾ ਵੀ ਇਹ ਕਹਿੰਦੇ ਨੇ ਕਿਸਾਨ ਵਿਚਾਰੇ ਸੜਕ ਤੇ ਬੈਠੇ ਨੇ, ਠੰਡ 'ਚ ਬਿਠਾਏ ਕੀ ਨੇ? ਮੈਂ ਇੱਕ ਵਾਰੀ ਪੁੱਛਣਾ ਚਾਹੁੰਦਾ ਨੂੰ ਬਿਠਾਏ ਕੀ ਨੇ? ਇਹ ਹੁਣ ਹਮਦਰਦੀ ਪ੍ਰਗਟ ਕਰ ਰਹੇ ਨੇ, ਉਹ ਸਭ ਚਾਲਾਂ ਨੇ, ਸਭ ਸਿਆਸਤ ਨੇ। ਇਹ ਬਿਠਾਏ ਕੀ ਨੇ? ਮਜਬੂਰਨ, ਅਸੀਂ ਮਜਬੂਰਨ ਬੈਠੇ ਆ ਇੱਥੇ, ਕੋਈ ਸ਼ੌਂਕ ਨੂੰ ਨਹੀਂ ਬੈਠੇ। ਨਹੀਂ ਕਰਮਜੀਤ ਜੀ ਉਹ ਕਹਿ ਰਹੇ ਨੇ ਕਿ ਜਿਹੜੇ ਤੁਸੀਂ ਖਰਚੇ ਜਿਤਾਏ ਸੀ ਅਸੀਂ ਕੋਈ ਮੁੱਛ ਦਾ ਸਵਾਲ ਨਹੀਂ, ਸਾਡੀ ਹੋਂਦ ਦਾ ਸਵਾਲ ਆ, ਸਾਡੀ ਹੋਂਦ ਦਾ ਸਵਾਲ ਆ। ਅਸੀਂ ਹੋਂਦ ਲਈ ਬੈਠਾਂਗੇ, ਲੜਾਂਗੇ ਔਰ ਮਰਾਂਗੇ ਵੀ। ਕੋਈ ਮੁੱਛ ਦਾ ਸਵਾਲ ਨਹੀਂ। ਇਹ ਜਿਹੜੀਆਂ ਗੱਲਾਂ ਕਰਦੇ ਨੇ ਇਹ ਗੱਲ ਤੋਂ ਉੱਪਰ ਬੋਲ ਰਹੇ ਨੇ। ਇਹਨਾਂ ਨੂੰ ਸੰਸੀਅਰ ਹੋ ਕੇ ਗੱਲ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਇਸ ਲੈਵਲ ਤੇ ਨਹੀਂ ਲੈ ਕੇ ਆਉਣਾ ਚਾਹੀਦਾ ਕਿ ਮੁੱਛ ਦਾ ਸਵਾਲ ਆ ਜਾਂ ਉਦਾਂ ਦਾ ਸਵਾਲ ਆ। ਇਹ ਸਾਨੂੰ ਅੱਤਵਾਦੀ, ਵੱਖਵਾਦੀ, ਇਹ ਇਦਾਂ ਦੀ
ਇਹ ਮੁੱਖ ਮੈਂ ਕਰਮਜੀਤ ਜੀ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਕਰੈਕਸ਼ਨ ਲੈਣਾ। ਗੁਰਵਿੰਦਰ ਜੀ ਕੁਝ ਕਹਿਣਾ ਚਾਹ ਰਹੇ ਸੀ, ਗੁਰਵਿੰਦਰ ਜੀ ਕੁਝ ਕਹਿਣਾ ਚਾਹ ਰਹੇ ਸੀ। ਗੁਰਵਿੰਦਰ ਜੀ ਛੋਟਾ ਜਿਹਾ ਸਰ, ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਜਬ ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਗੁਰਵਿੰਦਰ ਜੀ ਕੁਝ ਕਹਿਣਾ ਚਾਹ ਰਹੇ ਸੀ ਸਰ, 20 ਸੈਕਿੰਡ। ਮੈਨੂੰ ਤਾਂ ਇੱਕੋ ਠੀਕ ਹੈ ਗੁਰਵਿੰਦਰ ਜੀ 20 ਸੈਕਿੰਡ ਤਾਂ ਸਰ। ਇੱਕ ਗੱਲ ਸਮਝ ਨਹੀਂ ਆਉਂਦੀ ਗਰੇਵਾਲ ਸਾਹਿਬ ਦੀ ਇੱਕ ਗੱਲ ਸਮਝ ਨਹੀਂ ਆਈ, ਇਹਨਾਂ ਨੂੰ ਇੰਡੀਆ ਵਿੱਚ ਰਹਿੰਦੇ ਹੋਏ ਵੀ ਕਿਉਂ ਨਹੀਂ ਸਮਝ ਲੱਗ ਰਹੀ ਕਿਸਾਨ ਕੀ ਭਾਲਦਾ, ਕੀ ਚਾਹੁੰਦਾ। ਦੇਖੋ ਦੇਸ਼ ਵਿਦੇਸ਼ ਦੇ ਸਾਰੇ ਵੱਡੇ ਲੀਡਰ, ਇੱਥੋਂ ਤੱਕ ਕਿ ਕੈਨੇਡਾ ਵਰਗੇ, ਉਹਨਾਂ ਨੇ ਵੀ ਇਹਨਾਂ ਨੂੰ ਕਿਹਾ, ਫਟਕਾਰ ਪਾਈ ਆ ਕਿ ਕਿਸਾਨ ਇੱਥੇ ਸੜਕਾਂ ਤੇ ਬੈਠਾ ਠੰਡ ਵਿੱਚ ਰੁਲ ਰਿਹਾ, ਇਹਨਾਂ ਦੀਆਂ ਮੰਗਾਂ ਮੰਨੋ, ਇਹਨਾਂ ਨੂੰ ਨਾ ਰੋਲੋ। ਇਹ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿ ਰਿਹਾ, ਜਾਂ ਇਹਨਾਂ ਨੂੰ ਗੱਲ ਸੁਣਦੀ ਨਹੀਂ ਜਾਂ ਸਮਝਦੇ ਨਹੀਂ। ਚਲੋ ਪਰ ਰਿਐਕਸ਼ਨ ਲੈ ਲਈਏ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਪਰ ਰਿਐਕਸ਼ਨ ਲੈ ਲਈਏ। ਗਰੇਵਾਲ ਸਾਹਿਬ ਇੱਕ ਫਾਈਨਲ ਰਿਐਕਸ਼ਨ ਤੁਹਾਡਾ, ਸ਼ਨੀਵਾਰ ਵਾਲੀ ਮੀਟਿੰਗ 'ਚ ਉਮੀਦਾਂ ਹੈਗੀਆਂ ਨੇ ਕਿ ਵਾਕਈ ਤੁਸੀਂ ਉਮੀਦਾਂ ਨਾਲ ਸ਼ਨੀਵਾਰ ਵਾਲੀ ਮੀਟਿੰਗ ਨੂੰ ਦੇਖ ਰਹੇ ਹੋ ਕਿ ਫੈਸਲੇ ਦਾ ਦਿਨ ਹੋਏਗਾ ਸ਼ਨੀਵਾਰ ਦਾ ਦਿਨ? ਗਰੇਵਾਲ ਸਾਹਿਬ ਮੈਨੂੰ ਤਾਂ ਗੌਰਵ ਜੀ ਇੱਕ ਸਮਝ ਨਹੀਂ ਆਉਂਦੀ ਕੀ ਲੋਕ ਬੋਲੀ ਜਾ ਰਹੇ ਆ। ਕੱਲ ਜਦੋਂ ਸਾਰੇ ਖਦਸ਼ੇ ਜਿਹੜੇ ਇਹਨਾਂ ਨੇ ਜਤਾਏ ਆ ਉਹ ਸਾਰਿਆਂ ਤੇ ਅਮੈਂਡਮੈਂਟਸ ਆ ਜਾਣੀਆਂ ਨੇ, ਤਾਂ ਖਦਸ਼ਾ ਕਿਸ ਚੀਜ਼ ਦਾ ਰਹਿ ਗਿਆ, ਝਗੜਾ ਕਿਸ ਚੀਜ਼ ਦਾ ਰਹਿ ਗਿਆ, ਮੈਨੂੰ ਤਾਂ ਅੱਜ ਤੱਕ ਇਹ ਨਹੀਂ ਸਮਝ ਆਇਆ। ਤੇ ਬਾਕੀ ਤਾਂ ਜੇ ਇਹ ਮੇਰੇ ਨਾਲੋਂ ਜ਼ਿਆਦਾ ਸਮਝਦਾਰ ਨੇ ਸਾਰੇ ਹੀ, ਮੈਂ ਇਹ ਮੰਨਦਾ, ਤੇ ਮੈਨੂੰ ਨਹੀਂ ਇਹ ਚੀਜ਼ ਸਮਝ ਆਈ। ਔਰ ਝਗੜਾ ਰਹਿ ਹੀ ਨਹੀਂ ਗਿਆ ਜਦੋਂ ਕੱਲ ਮੰਤਰੀ ਜੀ ਨੇ ਅਨਾਉਂਸਮੈਂਟ ਕਰ ਦੇਣੀ ਆ ਔਰ ਇਹ ਕਹਿ ਦੇਣਾ ਕਿ ਭਾਈ ਆਹ ਚੀਜ਼ਾਂ ਤੁਹਾਡੀਆਂ ਸਾਰੀਆਂ ਅਮੈਂਡ ਕਰਤੀਆਂ, ਤੇ ਖਦਸ਼ਾ ਕੋਈ ਰਿਹਾ ਹੀ ਨਹੀਂ। ਜਿਹੜੇ ਇਹਨਾਂ ਨੇ ਜ਼ਾਹਿਰ ਕੀਤੇ ਉਹ ਮੰਨ ਲਏ, ਤੇ ਹੋਰ ਉਸ ਤੋਂ ਬਾਅਦ ਝਗੜਾ ਕਿਸ ਚੀਜ਼ ਦਾ? ਤੇ ਉਹ ਤਾਂ ਐਵੇਂ ਹੀ ਬਿਨਾਂ ਗੱਲਬਾਤ ਤੋਂ ਇੱਕ ਗੱਲ ਬਣਾਈ ਜਾ ਰਹੀ ਹੈ। ਮੇਰਾ ਖਿਆਲ ਹੈ ਵੀ ਕਿਸਾਨ ਲੀਡਰਸ ਜਿਹੜੇ ਆ ਉਹ ਇਸ ਚੀਜ਼ ਨੂੰ ਗੰਭੀਰਤਾ ਨਾਲ ਲੈਣਗੇ, ਸਮਝਣਗੇ, ਕੱਲ ਇਹ ਝਗੜਾ ਖਤਮ ਹੋ ਜਾਊਗਾ, ਇਹਦਾ ਕੋਈ ਝੰਜਟ ਨਹੀਂ ਰਹਿਣਾ। ਤੇ ਬਾਕੀ ਗਰੇਵਾਲ ਸਾਹਿਬ ਇਹੀ ਲੀਡਰ ਬੈਠੇ ਹੋਣਗੇ, ਗੁਰਵਿੰਦਰ ਜੀ ਹੈਗੇ ਨੇ, ਕਰਮਜੀਤ ਜੀ ਹੈਗੇ ਨੇ, ਇਹ ਉਹ ਸਾਰੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਨੇ। ਸਰ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਂ ਮਾਫੀ ਚਾਹੂੰਗਾ। ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ ਵੀ, ਕਰਮਜੀਤ ਤੁਹਾਡਾ ਵੀ, ਤੇ ਗੁਰਵਿੰਦਰ ਜੀ ਤੁਹਾਡਾ ਵੀ। ਅੱਜ ਸਮਾਂ ਸਾਡੇ ਕੋਲ ਬਹੁਤ ਪੂਰਾ ਸੀ। ਖੇਤੀਬਾੜੀ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ ਨਿਊਜ਼ 18 ਨੇ। ਦੇਖੋ ਇਸ ਸਮੇਂ ਇੱਕ ਚੀਜ਼ ਬਹੁਤ ਕਲੀਅਰ ਹੋ ਰਹੀ ਹੈ ਕਿ ਵਾਕਈ ਹੀ, ਕਿਉਂਕਿ ਗਰੇਵਾਲ ਸਾਹਿਬ ਕਹਿ ਰਹੇ ਨੇ ਕਿ ਖਦਸ਼ੇ ਅਸੀਂ ਦੂਰ ਕਰ ਦਿੱਤੇ, ਪਰ ਕਿਸਾਨਾਂ ਨੂੰ ਤਾਂ ਸਮਝਾਉਣ ਦੀ ਗੱਲ ਪਹਿਲਾਂ ਵੀ ਕਰ ਰਹੀ ਸੀ ਬੀਜੇਪੀ, ਜਾਂ ਗਰੇਵਾਲ ਸਾਹਿਬ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜਦੋਂ ਕਾਨੂੰਨਾਂ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਕਿਸਾਨ ਹਿਤੈਸ਼ੀ ਨੇ, ਉਸ ਸਮੇਂ ਵੀ ਕਿਸਾਨਾਂ ਨੇ ਵਿਰੋਧ ਕੀਤਾ। ਹੁਣ ਅਮੈਂਡਮੈਂਟ ਦੇ ਉੱਤੇ ਵੀ ਵਿਰੋਧ ਕਰ ਰਹੇ ਨੇ, ਪਰ ਮੀਟਿੰਗ ਦੇ ਅੰਦਰ ਕੀ ਹੋਏਗਾ, ਕਿ ਵਾਕਈ ਇਸ ਦੇ ਉੱਤੇ ਇੱਕ ਸਹਿਮਤੀ ਬਣ ਸਕੇਗੀ, ਇੱਕ ਵੱਡਾ ਸਵਾਲ ਜ਼ਰੂਰ ਹੈ। ਫਿਲਹਾਲ ਇਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਛੋਟਾ ਜਿਹਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਆਪਣੇ ਦਰਸ਼ਕਾਂ ਦੀ ਰਾਏ ਦੱਸਾਂਗੇ।